ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਗੁਰਪੁਰਬ ਕੱਲ੍ਹ ਸੀ। ਤੇ ਹੁਣ ਸ਼ੁਰੂ ਤਾਂ ਮੈਂ ਕਿਸੇ ਹੋਰ ਤਰੀਕੇ ਨਾਲ ਕਰਨਾ ਸੀ, ਪਰ ਹੁਣ ਜਿਸ ਤਰ੍ਹਾਂ ਪ੍ਰੇਮ ਦੀ ਗੱਲ ਚੱਲ ਰਹੀ ਸੀ ਕਿ ਜਿਨਨੇ ਪ੍ਰੇਮ ਕੀਤਾ ਉਹਨੇ ਹੀ ਪ੍ਰਭੂ ਨੂੰ ਪਾਇਆ। ਸੰਗਤ ਜੀ, ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਅਸੀਂ ਸਾਖੀ ਕੀਤੀ ਸੀ ਜਾਨੀ ਦੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਉਹ ਜਿਨ੍ਹਾਂ ਦੇ ਪਾਸ ਗਿਆ ਸੀ ਸ਼ੇਖ ਖਵਾਜਾ, ਉਹਨਾਂ ਨੇ ਪ੍ਰੇਮ ਕੀਤਾ। ਉਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰੇਮ ਕੀਤਾ। ਉਹ ਕੌਣ ਸੀ? ਖਵਾਜਾ ਕੌਣ ਸੀ? ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਘੋੜਿਆਂ ਦੀ ਉਹ ਮਾਲਿਸ਼ ਕਰਦਾ ਹੁੰਦਾ ਸੀ। ਉਹਨਾਂ ਦੀ ਲਿੱਦ ਚੁੱਕਣੀ, ਘੋੜਿਆਂ ਦੀ ਮਾਲਿਸ਼ ਕਰਨੀ, ਕਿਉਂਕਿ ਪਾਤਸ਼ਾਹ ਬਹੁਤ ਉੱਚੇ ਲੰਬੇ ਸੀ। ਪਾਤਸ਼ਾਹ 7 ਫੁੱਟ ਉੱਚੇ ਸੀ। ਪਾਤਸ਼ਾਹ ਦਾ ਡੀਲ ਡੋਲ ਬਹੁਤ ਸੁਡੌਲ ਸੀ ਪਾਤਸ਼ਾਹ। ਤੇ ਪਾਤਸ਼ਾਹ ਜਿੱਥੇ ਵੀ ਜਾਂਦੇ ਸੀ 2 ਘੋੜੇ ਜਾਂਦੇ ਸੀ, ਕਿਉਂਕਿ ਪਾਤਸ਼ਾਹ ਜਦੋਂ ਘੋੜਾ ਥੋੜਾ ਥੱਕ ਜਾਂਦਾ ਸੀ ਤੇ ਪਾਤਸ਼ਾਹ ਦੂਸਰੇ ਘੋੜੇ ਤੇ ਆ ਜਾਂਦੇ ਸੀ। ਤੇ ਜੋ ਰੋਸ਼ਨ ਸੀਗੇ, ਖਵਾਜਾ ਰੋਸ਼ਨ ਸੀ, ਇਹ ਕਿ ਇਹਨਾਂ ਨੇ ਇੰਨਾ ਪ੍ਰੇਮ ਕਰਨਾ ਪਾਤਸ਼ਾਹ ਨੂੰ ਕਿ ਉਹਨਾਂ ਨੇ ਬੜੇ ਮਨ ਲਗਾ ਕੇ ਪਾਤਸ਼ਾਹ ਦੇ ਘੋੜਿਆਂ ਨੂੰ ਤਿਆਰ ਕਰਨਾ, ਉਹਨਾਂ ਨੂੰ ਨਵਾਉਣਾ ਧਵਾਉਣਾ, ਉਹਨਾਂ ਨੂੰ ਸਾਫ਼ ਰੱਖਣਾ, ਉਹਨਾਂ ਦੀ ਮਾਲਿਸ਼ ਕਰਨੀ, ਔਰ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਇੰਨਾ ਉਤਸੁਕ ਰਹਿੰਦਾ ਕਿ ਜਿੱਧਰੋਂ ਪਾਤਸ਼ਾਹ ਨੇ ਨਿਕਲਣਾ ਦੌੜ ਕੇ ਉੱਧਰ ਪਹੁੰਚ ਜਾਣਾ, ਪਾਤਸ਼ਾਹ ਦੇ ਇੱਕ ਝਲਕ ਪਾਉਣ ਵਾਸਤੇ, ਉਹਨਾਂ ਦੇ ਦੀਦਾਰ ਕਰਨ ਵਾਸਤੇ। ਪਾਤਸ਼ਾਹ ਦੇ ਜਿੱਧਰ ਜਾਣਾ ਪਤਾ ਲੱਗ ਜਾਣਾ ਕਿ ਪਾਤਸ਼ਾਹ ਨੇ ਉਧਰੋਂ ਨਿਕਲਣਾ ਹੈ, ਉਹਨੇ ਦੌੜ ਕੇ ਉਸ ਰਸਤੇ ਤੇ ਪਹੁੰਚ ਜਾਣਾ ਕਿ ਮੈਂ ਪਾਤਸ਼ਾਹ ਦੇ ਮੁਖ ਨੂੰ ਇੱਕ ਵਾਰੀ ਤੱਕ ਲਵਾਂ। ਤੇ ਇੱਕ ਵਾਰੀ ਕੀ ਹੁੰਦਾ ਹੈ, ਕੋਈ ਇੱਕ ਸਿੱਖ ਨਾ ਉਹਦੇ ਨਾਲ ਉਹ ਪਾਤਸ਼ਾਹ ਨੇ ਸ਼ਿਕਾਰ ਤੇ ਜਾਣਾ ਹੁੰਦਾ ਤੇ ਉਹ ਤਿਆਰੀ ਕਰ ਰਿਹਾ ਹੁੰਦਾ ਹੈ, ਘੋੜਿਆਂ ਤਿਆਰ ਕਰ ਰਿਹਾ ਹੁੰਦਾ ਪਾਤਸ਼ਾਹ ਵਾਸਤੇ। ਤੇ ਖਵਾਜਾ ਰੋਸ਼ਨ ਤੇ ਇੱਕ ਸਿੱਖ ਆ ਕੇ ਕੀ ਕਹਿੰਦਾ ਹੈ ਪਾਤਸ਼ਾਹ ਨੇ ਤੇ ਹੁਣ 2 ਮਹੀਨੇ ਬਾਅਦ ਵਾਪਸ ਆਣਾ ਹੈ। ਤੇ ਜੋ ਇਹ ਰੋਸ਼ਨ ਹੁੰਦੇ, ਖਵਾਜਾ ਰੋਸ਼ਨ ਹੁੰਦਾ, ਇਹ ਬੜੇ ਸੋਚਾਂ 'ਚ ਪੈ ਜਾਂਦਾ। ਕਹਿੰਦਾ ਮੈਂ ਤੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਗੈਰ ਤੇ ਰਹਿ ਨਹੀਂ ਸਕਦਾ, ਤੇ ਮੈਂ ਕੀ ਕਰਾਂਗਾ। ਤੇ ਪਾਤਸ਼ਾਹ ਆਂਦੇ ਨੇ ਔਰ ਘੋੜੇ ਤੇ ਬੈਠ ਕੇ ਚਲੇ ਜਾਂਦੇ ਨੇ, ਔਰ ਇਹ ਸੋਚਦਾ ਕਿ ਪਾਤਸ਼ਾਹ ਨੇ ਹੁਣ 2 ਮਹੀਨੇ ਬਾਅਦ ਆਣਾ। ਇਹ ਨੰਗੀ ਪੈਰੀ ਪਾਤਸ਼ਾਹ ਦੇ ਪਿੱਛੇ ਪਿੱਛੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਅੱਧਾ ਮੀਲ ਦੌੜਦਾ ਹੈ, 1 ਮੀਲ ਦੌੜਦਾ ਹੈ, 1.5 ਮੀਲ ਦੌੜਦਾ ਹੈ। ਪਾਤਸ਼ਾਹ ਨੂੰ ਜਦੋਂ ਪਤਾ ਲੱਗਦਾ ਕਿ ਪਿੱਛੇ ਕੋਈ ਦੌੜਦਾ ਆ ਰਿਹਾ ਹੈ ਤੇ ਪਾਤਸ਼ਾਹ ਘੋੜੇ ਦੀ ਲਗਾਮ ਖਿੱਚਦੇ ਨੇ, ਰੁਕਦੇ ਨੇ ਤੇ ਪਿੱਛੇ ਮੁੜ ਕੇ ਦੇਖਦੇ ਨੇ ਇਹ ਖਵਾਜਾ ਰੋਸ਼ਨ ਪੈਰ ਖੂਨੋ ਖੂਨ, ਲਹੂ ਨਿਕਲ ਰਿਹਾ ਹੁੰਦਾ ਹੈ ਔਰ ਦੌੜੀ ਆ ਰਿਹਾ ਹੈ, ਸਾਹ ਫੁੱਲਿਆ ਹੋਇਆ ਹੈ, ਪਸੀਨੋ ਪਸੀਨੇ ਹੈ, ਦੌੜੀ ਆ ਰਿਹਾ। ਤੇ ਪਾਤਸ਼ਾਹ ਪੁੱਛਦੇ ਨੇ ਕਿ ਕੀ ਗੱਲ ਹੋ ਗਈ ਰੋਸ਼ਨ, ਤੁਸੀਂ ਏਦਾਂ ਪਿੱਛੇ ਪਿੱਛੇ ਕਿਉਂ ਦੌੜ ਕੇ ਆ ਰਹੇ ਹੋ? ਮੈਂ ਤੇ ਹੁਣੇ ਤੇ ਉੱਥੋਂ ਦੀ ਆਏ ਆ। ਤੇ ਕਹਿੰਦੇ ਪਾਤਸ਼ਾਹ ਮੈਨੂੰ ਹੁਣੇ ਕਿਸੇ ਇੱਕ ਸਿੱਖ ਨੇ ਦੱਸਿਆ ਹੈ ਕਿ ਆਪ ਜੀ 2 ਮਹੀਨੇ ਬਾਅਦ ਵਾਪਸ ਆਓਗੇ। ਪਾਤਸ਼ਾਹ ਮੈਂ ਤੇ ਤੁਹਾਡੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦਾ, ਮੈਂ ਤੇ ਤੁਹਾਨੂੰ ਦੇਖੇ ਬਗੈਰ, ਤੁਹਾਡਾ ਦੀਦਾਰ ਕੀਤੇ ਬਗੈਰ ਪਾਤਸ਼ਾਹ ਮੇਰਾ ਤੇ ਦਿਨ ਨਹੀਂ ਨਿਕਲਦਾ, ਮੈਂ ਕੀ ਕਰਾਂਗਾ 2 ਮਹੀਨੇ। ਪਾਤਸ਼ਾਹ ਕਹਿੰਦੇ ਨੇ ਰੋਸ਼ਨ ਜੀ ਅਸੀਂ 2 ਮਹੀਨੇ ਬਾਅਦ ਨਹੀਂ ਆਣਾ, ਅਸੀਂ ਤੇ 2 ਘੰਟਿਆਂ ਨੂੰ ਆ ਜਾਣਾ। ਤੇ ਉਹ ਕਹਿੰਦੇ ਅੱਛਾ ਤੁਸੀਂ 2 ਘੰਟਿਆਂ ਨੂੰ ਆ ਜਾਣਾ। ਕਹਿੰਦੇ ਪਾਤਸ਼ਾਹ ਨੂੰ ਰੋਸ਼ਨ ਦੇ ਉੱਤੇ ਇੰਨਾ, ਉਹਦੇ ਪ੍ਰੇਮ ਦੇ ਉੱਤੇ ਇੰਨਾ ਪ੍ਰੇਮ ਆ ਜਾਂਦਾ, ਉਹ ਮਹਿਰਾਂ ਦੇ ਘਰ 'ਚ ਆ ਜਾਂਦੇ, ਮਹਿਰਾਂ ਦੇ ਘਰ 'ਚ ਪਾਤਸ਼ਾਹ ਆ ਜਾਂਦੇ ਨੇ। ਕਹਿੰਦੇ ਆ ਰੋਸ਼ਨ ਤੁਸੀਂ ਸਾਨੂੰ ਇੰਨਾ ਪ੍ਰੇਮ ਕਰਦੇ ਹੋ, ਤੁਸੀਂ ਸਾਨੂੰ ਇੰਨਾ ਪ੍ਰੇਮ ਕਰਦੇ ਹੋ। ਹਾਂ ਪਾਤਸ਼ਾਹ ਮੈਂ ਤੁਹਾਨੂੰ ਦੇਖੇ ਬਗੈਰ ਨਹੀਂ ਰਹਿ ਸਕਦਾ, ਮੈਂ ਤੁਹਾਨੂੰ ਦੇਖੇ ਬਗੈਰ ਪਾਤਸ਼ਾਹ ਨਹੀਂ ਰਹਿ ਸਕਦਾ। ਹਾਲਾਂਕਿ ਉਹ ਸਿਰਫ ਪ੍ਰੇਮ ਦੇ ਨਾਲ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਦੇ ਸੀ, ਉਹਨਾਂ ਨੇ ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਨੇ ਕੋਈ ਭਗਤੀ ਨਹੀਂ ਕੀਤੀ। ਤੇ ਪਾਤਸ਼ਾਹ ਨੇ ਇੰਨੀ ਕਿਰਪਾ ਉਹਨਾਂ ਤੇ ਕੀਤੀ ਕਿ ਰੋਸ਼ਨ ਨੂੰ
ਉਹਨਾਂ ਨੇ ਰੌਸ਼ਨ ਕਰ ਦਿੱਤਾ। ਉਹਨਾਂ ਦੇ ਉੱਤੇ ਇੰਨੀ ਮਿਹਰ ਕੀਤੀ ਕਿ ਉਹਨਾਂ ਨੂੰ ਅਸਲ 'ਚ ਰੌਸ਼ਨ ਹੋ ਗਏ, ਉਹਨਾਂ ਨੂੰ ਪਰਮਾਤਮਾ ਦੀ ਰੌਸ਼ਨੀ ਮਿਲ ਗਈ। ਤੇ ਉਹਨਾਂ ਨੇ ਕੀ ਕਿਹਾ, ਅੱਜ ਤੋਂ ਤੁਸੀਂ ਰੌਸ਼ਨ ਹੋ ਗਏ, ਪਹਿਲਾਂ ਤੇ ਤੁਸੀਂ ਨਾਮ ਦੇ ਹੀ ਰੌਸ਼ਨ ਸੀ, ਹੁਣ ਤੁਸੀਂ ਸੱਚਮੁੱਚ ਦੇ ਰੌਸ਼ਨ ਹੋ ਗਏ। ਹੁਣ ਤੁਸੀਂ ਜਾਓ ਔਰ ਤੁਸੀਂ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੋ, ਦੂਸਰਿਆਂ ਨੂੰ ਵੀ ਤੁਸੀਂ ਰੌਸ਼ਨੀ ਵੰਡੋ। ਇਹ ਹੈ ਕਿ ਜਿਨੇ ਪ੍ਰੇਮ ਕੀਤਾ ਉਹਨੇ ਹੀ ਪ੍ਰਭੂ ਨੂੰ ਪਾਇਆ। ਇਹ ਸਾਰੀ ਸੰਗਤ ਜੀ ਖੇਡ ਹੀ ਪ੍ਰੇਮ ਦੀ ਹੈ ਔਰ ਇਹ ਮਨ ਤੋਂ ਪ੍ਰੇਮ ਹੁੰਦਾ ਹੈ। ਇਹ ਬਿਲਕੁਲ, ਇਹ ਮੈਂ ਕੁਝ ਹੋਰ ਅੱਜ ਸ਼ੁਰੂਆਤ ਕਿਸੇ ਹੋਰ ਤਰੀਕੇ ਨਾਲ ਕਰਨੀ ਸੀ, ਪਰ ਉਹ ਪ੍ਰੇਮ ਦੀ ਗੱਲ ਹੋ ਰਹੀ ਸੀ ਤੇ ਫਿਰ ਸ਼ੁਰੂਆਤ ਇੱਥੋਂ ਦੀ ਹੋ ਗਈ। ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ, 6ਵੇਂ ਪਾਤਸ਼ਾਹ, ਜਦੋਂ ਇਹਨਾਂ ਦਾ ਆਗਮਨ ਹੋਇਆ, ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਦੇ ਉੱਤੇ ਜਾਨਲੇਵੇ ਹਮਲੇ ਹੋਏ। ਇਹਨਾਂ ਦੇ ਬਚਪਨ 'ਚ ਕਿੰਨੇ ਇਹਨਾਂ ਨੂੰ ਕਸ਼ਟ ਆਏ, ਕਦੀ ਚੇਚਕ ਆਈ, ਕਦੀ ਬੁਖਾਰ ਆਇਆ, ਕਦੀ ਕਿਸ ਤਰ੍ਹਾਂ, ਕਿਉਂਕਿ ਕੋਈ ਚਾਹੁੰਦਾ ਨਹੀਂ ਸੀ ਕਿ ਇਹਨਾਂ ਨੂੰ ਗੁਰਗੱਦੀ ਮਿਲੇ। ਤੇ ਜਦੋਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਹਦੇ ਵਿੱਚ ਚੰਦੂ ਦਾ ਬੜਾ ਵੱਡਾ ਹੱਥ ਹੁੰਦਾ ਹੈ ਤੇ ਸੰਗਤ ਨੂੰ ਬੜਾ ਰੋਸ ਹੁੰਦਾ ਹੈ ਕਿ ਚੰਦੂ ਨੇ ਬਹੁਤ ਹੀ ਗਲਤ ਕੀਤਾ ਹੈ। ਤੇ ਜਦੋਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਜਦੋਂ ਰਿਹਾ ਹੁੰਦੇ ਨੇ, 6ਵੇਂ ਨਾਨਕ ਜਦੋਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੁੰਦੇ ਨੇ, ਤੇ ਜਹਾਂਗੀਰ ਆਪਣਾ ਵਜ਼ੀਰ ਭੇਜਦਾ ਹੈ, ਵਜ਼ੀਰ ਖਾਨ ਨੂੰ ਭੇਜਦਾ ਹੈ ਕਿ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਤੁਸੀਂ ਸਾਨੂੰ ਦਰਸ਼ਨ ਦਿਓ। ਪਾਤਸ਼ਾਹ ਜਾਂਦੇ ਨੇ ਤੇ ਦਰਬਾਰ ਦੇ ਵਿੱਚ ਸਾਰੇ ਅਮੀਰ ਵਜ਼ੀਰ ਪਾਤਸ਼ਾਹ ਨੂੰ ਬੜੇ ਸਨਮਾਨ ਦੇ ਨਾਲ ਉਹਨਾਂ ਨੂੰ ਨਮਸਕਾਰ ਕਰਦੇ ਨੇ। ਜਹਾਂਗੀਰ ਵੀ ਹੱਥ ਜੋੜ ਕੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਹੈ ਔਰ ਜਹਾਂਗੀਰ ਕੀ ਕਹਿੰਦਾ ਹੈ ਕਿ ਪਾਤਸ਼ਾਹ, ਆਪ ਜੀ ਨੇ ਮੇਰੇ ਤੇ ਅਪਾਰ ਕਿਰਪਾ ਕੀਤੀ ਹੈ, ਆਪ ਜੀ ਨੇ ਮੈਨੂੰ ਪ੍ਰਾਣ ਦਾਨ ਦਿੱਤੇ ਨੇ, ਆਪ ਜੀ ਨੇ ਮੈਨੂੰ ਪ੍ਰਾਣ ਦਾ ਦਾਨ ਦਿੱਤਾ ਹੈ, ਆਪ ਜੀ ਨੇ ਮੇਰੇ ਕਹੇ ਅਨੁਸਾਰ ਆਪ ਜੀ ਨੇ ਕਿਲੇ 'ਚ ਪ੍ਰਵੇਸ਼ ਕੀਤਾ, ਉੱਥੇ ਆਪ ਜੀ ਨੇ ਪ੍ਰੇਮ ਦੇ ਨਾਲ ਇੰਨੇ ਜਾਪ ਕੀਤੇ ਨੇ ਔਰ ਆਪ ਜੀ ਦੇ ਪ੍ਰੇਮ ਦੇ ਸਦਕੇ, ਆਪ ਜੀ ਦੇ ਜਾਪ ਦੇ ਸਦਕੇ ਮੈਂ ਠੀਕ ਹੋਇਆ। ਤੇ ਪਾਤਸ਼ਾਹ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਮੇਰੇ ਤੋਂ ਤੇ ਕਿੰਨੀ ਵੱਡੀ ਅਵਗਿਆ ਹੋ ਗਈ ਸੀ, ਮੈਂ ਤੇ ਬੜਾ ਗਲਤ ਕੰਮ ਕਰ ਬੈਠਾ ਸੀ, ਪਰ ਤੁਸੀਂ ਫਿਰ ਵੀ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਤੁਸੀਂ ਮੈਨੂੰ ਆ ਕੇ ਦਰਸ਼ਨ ਦਿੱਤੇ ਨੇ। ਤੇ ਪਾਤਸ਼ਾਹ ਕੀ ਕਹਿੰਦੇ ਨੇ ਤੁਸੀਂ ਰਾਜਨ, ਜੋ ਵੀ ਗੁਰੂ ਨਾਨਕ ਘਰ ਦੇ ਨਾਲ ਜੁੜਿਆ ਹੈ, ਪਾਤਸ਼ਾਹ ਨੇ ਉਹਦੇ ਉੱਤੇ ਹੀ ਆਪਣੀ ਮਿਹਰ ਵਰਸਾਈ ਹੈ। ਹਲੇ ਦੇਖੋ, ਗੁਰੂ ਪਾਤਸ਼ਾਹ ਆਪ ਵੀ ਗੁਰੂ ਸੀਗੇ, ਪਰ ਗੁਰੂਆਂ ਨੇ ਕਦੀ ਆਪ ਵਡਿਆਈ ਨਹੀਂ ਲਿੱਤੀ। ਉਹਨਾਂ ਨੇ ਹਮੇਸ਼ਾ ਉਹ ਇੱਕੋ ਪਿਤਾ ਪਰਮੇਸ਼ਵਰ ਨੂੰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਹੀ ਸਦਕੇ, ਉਹਨਾਂ ਦੀ ਰਹਿਮ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ। ਤੇ ਪਾਤਸ਼ਾਹ ਉਹ ਕਹਿੰਦੇ ਨੇ ਉਹ ਜਦੋਂ ਗੱਲਾਂ ਕਰ ਰਹੇ ਹੁੰਦੇ ਨੇ, ਕਹਿੰਦੇ ਨੇ ਕਿ ਤੁਸੀਂ ਜਦੋਂ ਅਸੀਂ ਵੀ ਇਸ ਤਰ੍ਹਾਂ ਗੱਲਾਂ ਕਰਦੇ ਹਾਂ ਤੇ ਕਦੀ ਅਸੀਂ ਆਪਣਾ ਹੱਥ ਉੱਪਰ ਕਰਦੇ ਹਾਂ, ਕਦੀ ਹੱਥ ਨੀਚੇ ਕਰਦੇ ਹਾਂ, ਤੇ ਪਾਤਸ਼ਾਹ ਦੀ ਔਰ ਬਾਦਸ਼ਾਹ ਜਹਾਂਗੀਰ ਦੀ ਜਦੋਂ ਵਾਰਤਾਲਾਪ ਹੋ ਰਹੀ ਸੀ ਤੇ ਪਾਤਸ਼ਾਹ ਸੱਜਾ ਹੱਥ ਕਦੀ ਆਪਣਾ ਉੱਪਰ ਕਰਦੇ ਸੀ, ਕਦੀ ਆਪਣਾ ਹੱਥ ਨੀਚੇ ਕਰਦੇ ਸੀ। ਜਿਸ ਤਰ੍ਹਾਂ ਯੂਜੂਅਲੀ ਅਸੀਂ ਗੱਲਾਂ ਕਰਦੇ ਹਾਂ ਤੇ ਸਾਡਾ ਹੱਥ ਕਦੀ ਉੱਪਰ ਨੀਚੇ ਹੋ ਜਾਂਦਾ, ਤੇ ਪਾਤਸ਼ਾਹ ਨੇ ਸੱਜੇ ਹੱਥ ਵਿੱਚ ਇੱਕ ਬਹੁਤ ਹੀ ਸੁੰਦਰ ਔਰ ਅਨੋਖੀ ਸਿਮਰਨਾ ਪਾਈ ਹੋਈ ਸੀ। ਉਹ ਐਨੀ ਅਨੋਖੀ ਸੀ, ਐਨੀ ਉਹਦਾ ਰੰਗ ਬੜਾ ਅਜੀਬ ਸੀ ਕਿ ਉਹਦੀ ਚਮਕ ਐਨੀ ਸੀ ਕਿ ਜੋ ਜਹਾਂਗੀਰ ਹੁੰਦਾ ਹੈ ਉਹਦਾ ਮਨ ਖਿੱਚਿਆ ਜਾਂਦਾ ਹੈ। ਤੇ ਉਹ ਕਹਿੰਦਾ ਹੈ ਕਿ ਪਾਤਸ਼ਾਹ, ਇਹ ਤੁਸੀਂ ਇਹੋ ਜਿਹਾ ਸਿਮਰਨਾ ਮੈਂ ਕਦੀ ਦੇਖਿਆ ਨਹੀਂ, ਇਹ ਤੁਸੀਂ ਕਿੱਥੋਂ ਲਿੱਤਾ ਹੈ, ਬੜਾ ਵਿਚਿੱਤਰ ਹੈ। ਤੇ ਪਾਤਸ਼ਾਹ ਕਹਿੰਦੇ ਨੇ,
हाँ ये बड़ा विचित्र है, ये बड़ा अजीब है, ये बहुत सुंदर है, मेरे एक सिख ने मैनू ये दूर देश तो भेजा है, उन्हें बड़े प्यार नाल ये लियांदा है, प्रेम नाल लियांदा है, और उन्हें सिख ने सानू कहा है कि असी हमेशा ये अपने हाथ विच पा के रखिए। ते जहांगीर की कहंदा है, कहंदा है पातशाह, वो बेनती करदा है, कहंदा पातशाह तुसी इहदा एक मोती, तुसी मैनू इहदा एक मोती दे दो ताकि मैं अपनी तस्बीह दे विच, सिमरना ही हुंदा है, मुस्लिम लोग उन्हूं तस्बीह कहंदे ने, कहंदे मैं अपनी तस्बीह दे विच सारे नालों उपर इहदे विच पावांगा, और मेरी तस्बीह दे विच बड़े दूरों दूरों और बेशुमार कीमती, बहुत ही कीमती मोती ने मेरी तस्बीह दे विच, और आप जी दे हत्थ दा दिता होया ये जो मोती है ये मैं सारे नालों उपर पावांगा, और बाकी सारे मोती इस तो नीचे होणगे, और इस नूं जदों मैं सवेरे उठ के देखांगा ते मैनू आप जी दी दे दर्शन भी होणगे, आप जी दी मैनू इहदे च रहमत भी मिलेगी, और जिस तरह मेरी जदों तबीयत ठीक नहीं सी, मैं तुहानू अरदास करदा सी, जदों मैनू राती पीड़ा उठदी सी ते मैं आप जी दा ध्यान रख के अरदास करदा सी, ते जिस तरह तुसी मेरी रक्षा कीती ते सतगुरु तुहाडे हत्थ दा मोती ये मेरे जदों अंग दे नाल रहेगा ये मेरी रक्षा करेगा। ते पातशाह की कहंदे ने, वो अपना पूरे दा पूरा सिमरना हत्थ तो उतार के कहंदे ने ठीक है ये तुसी पूरा सिमरना ही रख लो, तुसी ये पूरा सिमरना ही रखो अपने पास, गुरु नानक पातशाह तुहाडे ते मेहर करनगे। ते बादशाह की कहंदा है, जहांगीर कहंदा नहीं नहीं पातशाह ये ते सिमरना तुहाडे हत्थ विच ही शोभा दिंदा है, ते तुसी खोज करना पातशाह, अगर तुहाडे खजाने दे विच कोई एहो जिहा मोती, इहदे नाल दा मोती अगर तुहाडे खजाने च कोई तुहानू मिले ते तुसी किरपा करके मैनू दे देना, ताकि मैं भी इहदे नाल नाम जपांगा ते अपना जन्म सवारांगा। ते पातशाह मौका लभ रहे सी, क्योंकि संगत नू बड़ा रोस सी, ते ओ चंदू दा उन्हां ने पातशाह ने फिर विच जिक्र किया। पातशाह कहंदे जे तुहाडा जो दीवान है चंदू, ओनू तुसी बहुत अगे कीता होया है, बहुत तुसी ओनू सिर ते चढ़ाया होया है। वड्डे गुरु जी उन्हां दे घर गए सी, और उन्हां ने अपना शरीर वड्डे गुरु जी ने अपना शरीर चंदू दे घर ही छड्डिया सी, ते जदों उन्हां ने अपना शरीर छड्डिया ते वड्डे गुरु साहिबान दे गल विच ऐसी ही एक माला सी जिस दी कीमत इस तो बहुत ज़्यादा सी, ते तुसी चंदू नू बुलाओ और चंदू नू पुछो वो माला कित्थे है, और चंदू नू बोलो कि वो माला तानू लिया के दे, क्योंकि चंदू ने वो माला कोई प्रकट नहीं की कि भाई कित्थे गई माला, उन्हें कोई जिक्र नहीं किया कि वो कित्थे गई। और चंदू ने बादशाह ने यह भी कहा कि तुसी उन्हें बहुत सिर ते चढ़ाया है, और तुहाडी आग्या लैके उन्हें तुहानू मुख रख के ये सारे उन्हें फरेब किते, उन्हें झूठ बोलिया तुहाडे नाल, ते इसलिए तुसी चंदू नू बुलाओ और पुछो। ते वो बुलांदे ने, बादशाह अपना एक सैनिक भेजते ने, चंदू नू बुलांदे ने। चंदू नू जदों बुलांदे ने ते कहंदे ने कि इस नाल वो कहंदे ने कि एहो जिहा मणका तुसी मैनू लिया के दो। ते ओ चंदू की कहंदा है राजन तुसी मैं तुहानू इस तो भी ज़्यादा कीमती तुहानू मैं मोती लिया के दवांगा। ते वो कहंदे ने ठीक है। ते चंदू ते देख लैंदा कि पातशाह जहांगीर दे नाल बैठे हुए ने,
ਤੇ ਚੰਦੂ ਆਪਣੇ ਘਰ ਜਾਂਦਾ ਹੈ, ਜਲਦੀ ਜਲਦੀ ਜਾਂਦਾ ਹੈ ਔਰ ਜਾ ਕੇ ਸੈਨਿਕਾਂ ਨੂੰ, ਆਪਣੇ ਆਪਣੇ ਨੌਕਰਾਂ ਨੂੰ ਕਹਿੰਦਾ ਹੈ ਕਿ ਜਾਓ ਜਾ ਕੇ ਵੱਡੇ ਗੁਰੂ ਜੀ ਦੀ ਤੁਸੀਂ ਇਹ ਮਾਲਾ ਲੱਭ ਕੇ ਲੈ ਕੇ ਆਓ। ਔਰ ਜਿੱਥੇ ਉਹਨਾਂ ਨੇ ਗੁਰੂ ਜੀ ਦੀਆਂ ਇਹ ਮਾਲਾ, ਉਹਨਾਂ ਦੀਆਂ ਚੀਜ਼ਾਂ ਜਿੱਥੇ ਉਹਨਾਂ ਨੇ ਗੁਰੂ ਜੀ ਦੀਆਂ ਦਬਾਈਆਂ ਹੁੰਦੀਆਂ ਪੰਚਮ ਪਾਤਸ਼ਾਹ ਦੀਆਂ, ਉਹ ਜਾ ਕੇ ਉੱਥੇ ਉਹ ਖੋਦਦੇ ਨੇ ਔਰ ਉੱਥੇ ਕੀ ਦੇਖਦੇ ਨੇ ਕਿ ਜਿਹੜੇ ਮੋਤੀ ਸੀਗੇ ਮਾਲਾ ਦੇ, ਉਹ ਸਾਰੇ ਚੂਹਿਆਂ ਨੇ ਕੁਤਰ ਕੇ ਖਰਾਬ ਕਰ ਦਿੱਤੇ ਨੇ, ਸਾਰੇ ਕੁਤਰ ਕੇ ਚੂਰਾ ਚੂਰਾ ਕਰ ਦਿੱਤੇ ਨੇ। ਚੰਦੂ ਬੜਾ ਪਰੇਸ਼ਾਨ ਹੁੰਦਾ ਤੇ ਕਿਉਂਕਿ ਉਹਨੇ ਤੇ ਝੂਠ ਬੋਲਿਆ ਹੁੰਦਾ ਕਿ ਉਹਦੇ ਪਾਸ ਤੇ ਹੈ ਨਹੀਂ ਕੁਝ ਵੀ। ਤੇ ਉਹ ਕੀ ਕਰਦਾ ਹੈ, ਆਪਣੇ ਨੌਕਰ ਬਾਜ਼ਾਰ ਭੇਜਦਾ ਹੈ, ਜੋ ਵੀ ਉੱਥੋਂ ਦੇ ਅਮੀਰ ਹੁੰਦੇ ਨੇ, ਜੋ ਜਿਨ੍ਹਾਂ ਕੋ ਉਹਨੂੰ ਮੀਨਸ ਉਹਨੂੰ ਪਤਾ ਹੁੰਦਾ ਹੈ ਕਿ ਬਈ ਉਹਨਾਂ ਕੋਲ ਇਹੋ ਜਿਹੀਆਂ ਬੇਸ਼ੁਮਾਰ ਕੀਮਤੀ ਚੀਜ਼ਾਂ ਜਿਨ੍ਹਾਂ ਕੋ ਹੋਣਗੀਆਂ, ਉਹ ਸਾਰਿਆਂ ਪਾਸੇ ਆਪਣੇ ਨੌਕਰ ਭੇਜਦਾ ਹੈ ਔਰ ਕਹਿੰਦਾ ਹੈ ਕਿ ਸਭ ਨੂੰ ਬੋਲੋ ਕਿ ਇਹੋ ਜਿਹਾ ਮੋਤੀ ਚਾਹੀਦਾ ਹੈ, ਮਹਿੰਗੇ ਤੋਂ ਮਹਿੰਗਾ ਮੋਤੀ ਮੈਨੂੰ ਲਿਆ ਕੇ ਦੇਣ ਔਰ ਮੂੰਹ ਮੰਗੀ ਕੀਮਤ ਉਸ ਮੋਤੀ ਦੀ ਲੈਣ, ਕਿਉਂਕਿ ਮੈਂ ਤੇ ਬਾਦਸ਼ਾਹ ਨੂੰ ਵਾਅਦਾ ਕਰ ਆਇਆ ਹੈ ਇੱਕ ਮੋਤੀ ਦੇਣ ਦਾ। ਪਰ ਉਹਦੇ ਸਾਰੇ ਨੌਕਰ ਇੱਧਰ ਉੱਧਰ ਜਾਂਦੇ ਨੇ, ਦੌੜਦੇ ਨੇ, ਇੱਧਰ ਜਾਂਦੇ ਉੱਧਰ ਜਾਂਦੇ, ਕਿਤੇ ਉਹਨਾਂ ਨੂੰ ਮੋਤੀ ਨਹੀਂ ਮਿਲਦਾ। ਤੇ ਪਿੱਛੇ ਬਾਦਸ਼ਾਹ ਦੀ ਔਰ ਸਤਿਗੁਰਾਂ ਦੀ ਇਹ ਵਾਰਤਾਲਾਪ ਚੱਲ ਰਹੀ ਹੁੰਦੀ ਹੈ। ਤੇ ਜਦੋਂ ਪਾਤਸ਼ਾਹ ਕਹਿੰਦੇ ਨੇ ਕਿ ਇਹਨੇ ਚੰਦੂ ਨੇ ਫਰੇਬ ਕਰਕੇ ਇਹਨੇ ਪਾਤਸ਼ਾਹ ਨੂੰ ਆਪਣੇ ਘਰ ਉਹਨਾਂ ਨੇ ਆਪਣੇ ਘਰ ਲੈ ਗਏ ਸੀ। ਤੇ ਜਹਾਂਗੀਰ ਨੇ ਸਾਈਂ ਮੀਆਂ ਮੀਰ ਜੀ ਕੋ ਵੀ ਸੁਣਿਆ ਹੁੰਦਾ ਹੈ ਕਿ ਚੰਦੂ ਨੇ ਕਿਸ ਤਰ੍ਹਾਂ ਤਸੀਹੇ ਦਿੱਤੇ ਸੀ ਪਾਤਸ਼ਾਹ ਨੂੰ। ਤੇ ਇਹ ਜਦੋਂ ਪਾਤਸ਼ਾਹ ਗੱਲ ਕਰਦੇ ਨੇ, ਜਦੋਂ ਹਰਗੋਬਿੰਦ ਸਾਹਿਬ ਗੱਲ ਕਰਦੇ ਨੇ ਜਹਾਂਗੀਰ ਦੇ ਨਾਲ, ਤੇ ਜਹਾਂਗੀਰ ਨੂੰ ਸਮਝ ਆ ਜਾਂਦੀ ਹੈ ਕਿ ਪਾਤਸ਼ਾਹ ਨੂੰ ਸਾਰੀ ਗੱਲਾਂ ਦਾ ਪਤਾ ਹੈ। ਤੇ ਫਿਰ ਜਹਾਂਗੀਰ ਕੀ ਕਰਦਾ ਹੈ, ਜਹਾਂਗੀਰ ਫਿਰ ਸਾਰੀ ਗੱਲ ਪਾਤਸ਼ਾਹ ਦੇ ਅੱਗੇ ਬਿਆਨ ਕਰ ਦਿੰਦਾ ਹੈ ਕਿ ਇਹਨੇ ਮੇਰੇ ਤੋਂ ਆਗਿਆ ਲਿੱਤੀ, ਪਰ ਫਿਰ ਮੈਂ ਤੇ ਚਲਾ ਗਿਆ ਸੀ, ਪਰ ਇਹਨੇ ਪਾਤਸ਼ਾਹ ਨੂੰ ਇਹ ਆਪਣੇ ਘਰ ਲੈ ਗਿਆ। ਤੇ ਬਾਬਾ ਜੀ ਦੀਆਂ ਔਰ ਜਹਾਂਗੀਰ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਤੇ ਵਕਤ ਲੱਗ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜਾਓ ਚੰਦੂ ਕੋਲੋਂ, ਚੰਦੂ ਹਾਲੇ ਤੱਕ ਆਇਆ ਨਹੀਂ ਤੇ ਤੁਸੀਂ ਆਪਣਾ ਸੈਨਿਕ ਭੇਜੋ। ਤੇ ਜਹਾਂਗੀਰ ਆਪਣਾ ਇੱਕ ਸੈਨਿਕ ਫਿਰ ਭੇਜਦਾ, ਕਹਿੰਦੇ ਤੁਸੀਂ ਜਾ ਕੇ ਚੰਦੂ ਨੂੰ ਬੋਲੋ ਕਿ ਇੰਨੀ ਦੇਰ ਕਿਉਂ ਲੱਗ ਰਹੀ ਹੈ। ਸੈਨਿਕ ਜਾਂਦਾ ਹੈ, ਉਹ ਜਾ ਕੇ ਕਹਿੰਦਾ ਕਿ ਇੰਨੀ ਦੇਰ ਕਿਉਂ ਲੱਗ ਰਹੀ ਹੈ। ਉਹ ਸੈਨਿਕ ਵੀ ਉੱਥੇ ਰੁਕ ਜਾਂਦਾ ਹੈ, ਕਿਉਂਕਿ ਉਹ ਤੇ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਕਿਤੇ ਉਹ ਮੈਨੂੰ ਮੋਤੀ ਮਿਲੇ ਤੇ ਮੈਂ ਜਹਾਂਗੀਰ ਨੂੰ ਦੇ ਦੇਵਾਂ। ਫਿਰ ਦੇਰ ਹੋ ਜਾਂਦੀ ਹੈ। ਫਿਰ ਰਾਜਾ ਤੀਸਰਾ ਆਪਣਾ ਸੈਨਿਕ ਭੇਜਦਾ ਹੈ ਕਿ ਜਲਦੀ ਕਰੋ, ਇੰਨੀ ਦੇਰ ਤੁਸੀਂ ਕਿਉਂ ਲਗਾ ਰਹੇ ਹੋ। ਤੇ ਉਹ ਚੰਦੂ ਨੂੰ ਫਿਰ ਸ਼ੱਕ ਪੈ ਜਾਂਦਾ ਹੈ ਔਰ ਉਹਦੇ ਦਿਲ ਵਿੱਚ ਵੀ ਡਰ ਪੈਦਾ ਹੋ ਜਾਂਦਾ ਹੈ ਕਿ ਅੱਜ ਇਹ ਕਿਉਂ ਮੈਨੂੰ ਬਾਰ-ਬਾਰ ਇਹ ਕਹਿ ਰਹੇ ਨੇ। ਉਹਨੂੰ ਸ਼ੱਕ ਪੈ ਜਾਂਦਾ ਤੇ ਉਹ ਫਿਰ ਜਲਦੀ ਜਲਦੀ ਡਰ ਦੇ ਨਾਲ ਉੱਠਦਾ ਹੈ ਔਰ ਆਉਣ ਵਾਸਤੇ ਉਹਨੂੰ ਠੋਕਰ ਲੱਗਦੀ ਹੈ। ਉਹਦੀ ਪੱਗ ਵੀ ਹਿੱਲ ਜਾਂਦੀ ਹੈ, ਉਹਨੂੰ ਉਹਦੇ ਮੂੰਹ ਤੇ ਘਬਰਾਹਟ ਵੀ ਹੁੰਦੀ ਹੈ। ਤੇ ਉਹ ਜਦੋਂ ਆਉਂਦਾ ਹੈ, ਉਹ ਦੇਖਦਾ ਹੈ ਕਿ ਪਾਤਸ਼ਾਹ ਹਾਲੇ ਤੱਕ ਉੱਥੇ ਬੈਠੇ ਨੇ। ਤੇ ਉਹ ਪਾਤਸ਼ਾਹ ਵੱਲ ਦੇਖ ਕੇ ਉਹਨੂੰ ਅੱਛਾ ਨਹੀਂ ਲੱਗਦਾ ਕਿ ਉੱਥੇ ਸਤਿਗੁਰੂ ਬੈਠੇ ਹੋਏ ਨੇ। ਤੇ ਉਹ ਕੀ ਕਹਿੰਦਾ ਹੈ ਕਿ ਇਹ ਗੱਲਾਂ ਪਾਤਸ਼ਾਹ ਦੀਆਂ ਤੇ ਜਹਾਂਗੀਰ ਦੀਆਂ ਹੋ ਰਹੀਆਂ ਹੁੰਦੀਆਂ ਵਿੱਚ। ਤੇ ਉਹ ਕਹਿੰਦੇ ਨੇ ਕਿ ਤੁਸੀਂ ਇਹ ਮੇਰੇ ਨਾਲ ਝੂਠ ਬੋਲਿਆ। ਤੇ ਕਿ ਉਹ ਕਹਿੰਦੇ ਨੇ ਕਿ ਚੰਦੂ ਨੇ, ਬਾਦਸ਼ਾਹ ਕਹਿੰਦਾ ਹੈ, ਜਹਾਂਗੀਰ ਕਹਿੰਦਾ ਚੰਦੂ ਨੇ ਆ ਕੇ ਮੈਨੂੰ ਬੋਲਿਆ ਕਿ ਜੋ ਪੰਚਮ ਪਾਤਸ਼ਾਹ ਨੇ, ਇਹਨਾਂ ਨੇ ਆਪਣੇ ਕੋਲ ਕਈ ਪ੍ਰਕਾਰ ਦੇ ਚੋਰ ਇਕੱਠੇ ਕੀਤੇ ਹੋਏ ਨੇ ਤੇ ਇਹਨਾਂ ਨੇ, ਚੰਦੂ ਨੇ ਤੁਹਾਡੇ ਬਾਰੇ ਵੀ ਕਿਹਾ ਹੈ ਕਿ ਇਹਨਾਂ ਨੇ ਆਪਣੀ ਫੌਜ ਇਕੱਠੀ ਕਰ ਰਹੇ ਨੇ ਔਰ ਤਖਤ ਤੇ ਬੈਠਦੇ ਹੀ ਇਹਨਾਂ ਨੇ ਕਿਹਾ ਹੈ ਕਿ ਮੈਂ ਆਪਣੇ ਪਿਤਾ ਜੀ ਦਾ ਬਦਲਾ ਲਵਾਂਗਾ।
ਤੇ ਉਹ ਜਹਾਂਗੀਰ ਕਹਿੰਦਾ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਮੈਂ ਤੁਹਾਨੂੰ ਸੁਨਾਹ ਭੇਜਿਆ ਔਰ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ, ਪਰ ਤੁਸੀਂ ਮੇਰੇ ਤੇ ਕਿਰਪਾ ਕਰੋ। ਉਹ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ, ਕਹਿੰਦਾ ਤੁਸੀਂ ਮੇਰੇ ਤੇ ਇੰਨੀ ਕਿਰਪਾ ਕਰੋ, ਕਿਉਂਕਿ ਚੰਦੂ ਤੇ ਆਗਿਆ ਲੈ ਕੇ ਚਲਾ ਗਿਆ ਸੀ, ਪਰ ਐਨੇ ਮੈਨੂੰ ਵੀ ਸ਼ੰਕਾ ਚ ਪਾਇਆ, ਮੈਨੂੰ ਵੀ ਐਨੇ ਗਲਤ ਆ ਕੇ ਐਨੇ ਗੱਲਾਂ ਸਤਿਗੁਰਾਂ ਦੇ ਬਾਰੇ ਦਸੀਆਂ। ਤੇ ਚੰਦੂ ਕੀ ਕਹਿੰਦਾ ਮੇਰੀ ਚੁਗਲੀ ਕਿਸਨੇ ਕੀਤੀ ਹੈ? ਕਹਿੰਦਾ ਰਾਜਨ, ਆਪ ਜੀ ਦੀ ਤੇ ਆਗਿਆ ਦੇ ਨਾਲ ਮੈਂ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ ਸੀ, ਉੱਥੇ ਸਤਿਗੁਰ ਬਿਮਾਰ ਪੈ ਗਏ ਔਰ ਉੱਥੇ ਉਹਨਾਂ ਨੇ ਆਪਣਾ ਸਰੀਰ ਛੱਡਤਾ। ਤੇ ਫਿਰ ਰਾਜੇ ਨੂੰ ਗੁੱਸਾ ਆ ਜਾਂਦਾ ਜਹਾਂਗੀਰ ਨੂੰ। ਉਹ ਕਹਿੰਦਾ ਹੈ ਕਿ ਤੂੰ ਆਪਣੇ ਛਲ ਦੇ ਨਾਲ, ਤੂੰ ਆਪਣੀ ਚਲਾਕੀ ਇਹ ਪੇਸ਼ ਕਰ ਰਿਹਾ, ਆਪਣੀ ਚਲਾਕੀ ਦੇ ਨਾਲ ਆਪਣਾ ਤੂੰ ਛਲ ਜੋ ਤੂੰ ਕੀਤਾ ਹੈ ਤੂੰ ਉਹਨੂੰ ਛੁਪਾ ਰਿਹਾ। ਤੇ ਉਹ ਪਾਤਸ਼ਾਹ ਨੂੰ ਕੀ ਕਹਿੰਦੇ ਨੇ ਕਿ ਇਹ ਤੁਹਾਡਾ ਅਪਰਾਧੀ ਹੈ, ਇਹ ਤੁਹਾਡਾ ਦੋਸ਼ੀ ਹੈ। ਕਿ ਸਾਨੂੰ ਸਾਈਂ ਮੀਆਂ ਮੀਰ ਜੀ ਨੇ ਵੀ ਦੱਸਿਆ ਹੈ ਕਿ ਜੋ ਇਹਨਾਂ ਨੇ ਕੀਤਾ ਹੈ ਇਹ ਹਜ਼ਾਰਾਂ ਕਤਲਾਂ ਕਰਨ ਦੇ ਬਰਾਬਰ ਹੈ। ਜੋ ਇਹਨਾਂ ਨੇ ਇਹੋ ਜੀ ਕੁਕਰਮ ਜੋ ਇਹਨਾਂ ਨੇ ਕੀਤੇ ਨੇ ਉਹ ਹਜ਼ਾਰਾਂ ਕਤਲ ਕਰਨ ਦੇ ਬਰਾਬਰ ਹੈ। ਤੇ ਤੁਸੀਂ ਆਪਣਾ ਦੋਸ਼ੀ ਇਹ ਤੁਸੀਂ ਸੰਭਾਲੋ। ਤੇ ਫਿਰ ਉਹ ਕੀ ਕਰਦੇ ਨੇ, ਉਹ ਕਹਿੰਦੇ ਨੇ ਕਿ ਬਾਬਾ ਜੀ ਦੇ ਨਾਲ ਕੌਣ ਹੁੰਦਾ ਹੈ? ਉਹ ਨਾਲ ਹੁੰਦੇ ਨੇ ਬਿਧੀ ਚੰਦ ਜੀ ਹੁੰਦੇ ਨੇ ਔਰ ਭਾਈ ਜੇਠਾ ਜੀ ਹੁੰਦੇ ਨੇ। ਤੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਕਿ ਬਿਧੀ ਚੰਦ ਜੀ, ਜੇਠਾ ਜੀ, ਇਹਨਾਂ ਨੂੰ ਚੰਦੂ ਜੀ ਨੂੰ ਤੁਸੀਂ ਗ੍ਰਿਫਤਾਰ ਕਰ ਲਓ। ਤੇ ਉਹਨਾਂ ਨੂੰ ਪਕੜ ਲੈਂਦੇ ਨੇ, ਚੰਦੂ ਜੀ ਨੂੰ ਪਕੜ ਲੈਂਦੇ ਨੇ, ਚੰਦੂ ਨੂੰ। ਤੇ ਔਰ ਫਿਰ ਕਹਿੰਦੇ ਨੇ ਪਾਤਸ਼ਾਹ ਨੂੰ, ਉਹਨਾਂ ਨੂੰ ਪਤਾ ਹੁੰਦਾ ਕਿ ਸੰਗਤਾਂ ਨੂੰ ਬੜਾ ਰੋਸ ਹੁੰਦਾ ਹੈ ਔਰ ਜੋ ਤਸੀਹੇ ਉਹਨਾਂ ਨੇ ਦਿੱਤੇ ਹੁੰਦੇ ਨੇ, ਇਹ ਤੇ ਪਾਤਸ਼ਾਹ ਨੂੰ ਵੀ ਹੁੰਦਾ ਹੈ ਕਿ ਉਹਨਾਂ ਦੇ ਪਿਤਾ ਜੀ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਸੀ। ਤੇ ਫਿਰ ਉਹ ਚੰਦੂ ਨੂੰ ਜਦੋਂ ਲੈ ਕੇ ਜਾਂਦੇ ਨੇ ਤੇ ਪਾਤਸ਼ਾਹ ਤੇ ਘੋੜੇ ਤੇ ਬੈਠ ਕੇ ਚਲੇ ਜਾਂਦੇ ਨੇ ਔਰ ਉਹਨਾਂ ਨੂੰ ਕਹਿ ਜਾਂਦੇ ਨੇ ਕਿ ਚੰਦੂ ਨੂੰ ਡੇਰੇ ਤੱਕ ਲੈ, ਪਰ ਲੈ ਕੇ ਆਣਾ ਇਹਨਾਂ ਨੂੰ ਬਾਜ਼ਾਰ ਰਾਹੀਂ ਲੈ ਕੇ ਆਣਾ। ਜਦੋਂ ਉਹਨਾਂ ਨੂੰ ਬਾਜ਼ਾਰ ਰਾਹੀਂ ਲੈ ਕੇ ਜਾ ਰਹੇ ਸੀ ਤੇ ਸੰਗਤਾਂ ਵਿੱਚ ਤੇ ਬੜਾ ਰੋਸ ਹੁੰਦਾ ਹੈ। ਕਿਉਂਕਿ ਚੰਦੂ ਨੇ ਬਹੁਤ ਚਲਾਕੀ ਖੇਡੀ ਹੁੰਦੀ ਹੈ। ਜਦੋਂ ਇਹ ਜਹਾਂਗੀਰ ਇਹ ਮੁਰਤਜ਼ਾ ਖਾਨ ਨੂੰ ਕਹਿੰਦਾ ਹੈ ਕਿ ਪਾਤਸ਼ਾਹ ਨੂੰ ਸ਼ਹੀਦ ਕਰਨਾ ਹੈ, ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਨਾ ਹੈ, ਉਦੋਂ ਮੁਰਤਜ਼ਾ ਖਾਨ ਔਰ ਇਹ ਜੋ ਚੰਦੂ ਹੁੰਦਾ ਹੈ ਇਹਨਾਂ ਦੀ ਆਪਸ ਦੋਸਤੀ ਹੁੰਦੀ ਹੈ। ਔਰ ਇਹ ਕੀ ਕਰਦਾ ਹੈ, ਮੁਰਤਜ਼ਾ ਖਾਨ ਨੂੰ ਇਹ ਰਿਸ਼ਵਤ ਦੇ ਕੇ, ਧਨ ਦੇ ਕੇ ਇਹ ਪਾਤਸ਼ਾਹ ਨੂੰ ਆਪਣੇ ਘਰ ਲੈ ਜਾਂਦਾ ਹੈ ਤਾਂ ਕਿ ਇਹ ਪੰਚਮ ਪਾਤਸ਼ਾਹ ਤੋਂ ਈਰਖਾ ਦੇ ਵਿੱਚ ਉਹਨਾਂ ਈਰਖਾ ਕਰਦਾ ਹੈ ਤੇ ਤਾਂ ਕਿ ਉਹ ਬਦਲਾ ਲੈ ਸਕੇ ਔਰ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਤੰਗ ਕਰ ਸਕੇ, ਤਸੀਹੇ ਦੇ ਸਕੇ। ਤੇ ਸੰਗਤ ਨੂੰ ਇਸ ਚੀਜ਼ ਦਾ ਬਹੁਤ ਰੋਸ ਹੁੰਦਾ ਹੈ। ਤੇ ਜਦੋਂ ਚੰਦੂ ਨੂੰ ਬਾਜ਼ਾਰ ਤੋਂ ਲੈ ਕੇ ਜਾ ਰਹੇ ਹੁੰਦੇ ਨੇ, ਇਹਦੇ ਹੱਥ ਪਕੜੇ ਹੁੰਦੇ ਨੇ ਤੇ ਉਹਦੇ 'ਚ ਕੀ ਕਹਿੰਦੇ ਨੇ ਉਹ ਜ਼ੋਰ ਦੀ ਕਹਿੰਦੇ ਜਾਂਦੇ ਨੇ ਕਿ ਇਹ ਗੁਰੂ ਦਰੋਹੀ ਹੈ, ਇਹ ਗੁਰੂ ਦਰੋਹੀ ਹੈ। ਤੇ ਸੰਗਤ ਤੇ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਕਿਸ ਤਰ੍ਹਾਂ ਚੰਦੂ ਸਾਨੂੰ ਮਿਲੇ ਔਰ ਅਸੀਂ ਬਦਲਾ ਲਈਏ ਕਿ ਇਹਨਾਂ ਨੇ ਸਾਡੇ ਗੁਰੂ ਨੂੰ ਕਿਸ ਤਰ੍ਹਾਂ ਇਹਨਾਂ ਨੇ ਤਸੀਹੇ ਦਿੱਤੇ। ਕੋਈ ਆ ਕੇ ਉਹਨਾਂ ਨੂੰ ਜੁੱਤੀ ਮਾਰ ਰਿਹਾ, ਕੋਈ ਆ ਕੇ ਉਹਨਾਂ ਨੂੰ ਮਿੱਟੀ ਪਾ ਰਿਹਾ, ਬੱਚੇ ਵੀ ਆ ਰਹੇ ਨੇ ਉਹਦੇ ਮੂੰਹ ਤੇ ਮਿੱਟੀ ਪਾ ਰਹੇ ਨੇ ਔਰ ਉਹਨਾਂ ਨੂੰ ਠੁੱਡਾ ਮਾਰ ਰਹੇ ਨੇ। ਤੇ ਇਸ ਤਰ੍ਹਾਂ ਕਰਦੇ ਉਹਨਾਂ ਨੂੰ ਸਰੀਰ ਇਸ ਟਾਈਮ ਤੱਕ ਉਹਨਾਂ ਦਾ, ਕਿਉਂਕਿ ਜਦੋਂ ਤੱਕ ਪਾਤਸ਼ਾਹ ਦੀ, ਪੰਚਮ ਪਾਤਸ਼ਾਹ ਦੀ ਉਹ ਹੁੰਦੀ ਹੈ, ਸ਼ਹੀਦੀ ਹੁੰਦੀ ਹੈ ਔਰ ਇੱਥੋਂ ਤੱਕ ਆ ਕੇ ਤੇ ਉਹਨਾਂ ਦੇ ਏਜ 'ਚ ਵੀ ਕਾਫੀ ਫਰਕ ਆ ਗਿਆ ਹੁੰਦਾ ਹੈ। ਇਸ ਟਾਈਮ ਤੇ ਆ ਕੇ ਉਮਰ ਵੀ ਉਹਨਾਂ ਦੀ ਕਾਫੀ ਹੋ ਗਈ ਹੁੰਦੀ ਹੈ। ਚੰਦੂ ਦੀ ਦਾੜੀ ਚਿੱਟੀ ਹੁੰਦੀ ਹੈ, ਸਰੀਰ ਵੀ ਬਿਰਧ ਹੁੰਦਾ ਹੈ। ਲੋਕੀ ਆ ਕੇ ਗਾਲਾਂ ਕੱਢ ਰਹੇ ਨੇ, ਉਹਨੂੰ ਕਹਿ ਰਹੇ ਨੇ ਗੁਰੂ ਦਰੋਹੀ ਕਹਿ ਰਹੇ ਨੇ, ਮੂੰਹ ਤੇ ਗਾਲਾਂ ਕੱਢ ਰਹੇ ਨੇ, ਮੂੰਹ ਤੇ ਮਿੱਟੀ ਸੁੱਟ ਰਹੇ ਨੇ ਔਰ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਡੇਰੇ ਲੈ ਜਾਂਦੇ ਨੇ। ਤੇ ਇਹ ਸੰਗਤ ਜੀ
ਇਹ ਪ੍ਰਸੰਗ ਸੀਗਾ ਕਿ ਇੱਕ ਹਰਗੋਬਿੰਦ ਸਾਹਿਬ ਜੀ ਦਾ ਔਰ ਇਹ ਚੰਦੂ ਦਾ, ਕਿ ਚੰਦੂ ਨੇ ਜੋ ਇਹ ਕੀਤਾ ਸੀ, ਬਾਬਾ ਜੀ ਨੂੰ ਤਸੀਹੇ ਦਿੱਤੇ ਸੀ। ਔਰ ਜੋ ਉਸ ਤੋਂ ਬਾਅਦ ਜਦੋਂ ਜਹਾਂਗੀਰ ਪਾਤਸ਼ਾਹ ਨੇ ਆਪਣੇ ਉਹਨਾਂ ਨੂੰ ਪਾਤਸ਼ਾਹ ਕੋਲੋਂ ਮਾਫੀ ਮੰਗੀ ਕਿ ਮੇਰੇ ਤੋਂ ਜੋ ਗਲਤੀਆਂ ਹੋ ਗਈਆਂ ਹੈ ਮੈਂ ਤੁਹਾਡਾ ਦੋਸ਼ੀ ਤੁਹਾਡੇ ਹਵਾਲੇ ਕਰਤਾ ਹੈ, ਕਿਉਂਕਿ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਨੇ ਕਿ ਇਸ ਜੋ ਕੁਕਰਮ ਹੈ ਇਹਦੇ ਲੇਖੇ ਉਸ ਪਰਲੋਕ ਦੇ ਵਿੱਚ ਹੋਣੇ ਨੇ, ਉਸ ਪਰਲੋਕ ਦੇ ਵਿੱਚ ਸੱਚਾ ਨਿਆਂ ਹੋਣਾ ਹੈ, ਕਿਉਂਕਿ ਅਸੀਂ ਕਿਸੇ ਤੋਂ ਬਦਲੇ ਨਹੀਂ ਲੈਣੇ, ਬਦਲੇ ਸਾਰਾ ਨਿਆਂ ਉਸ ਪਰਮਾਤਮਾ ਦੇ ਘਰ ਵਿੱਚ ਹੁੰਦਾ ਹੈ। ਤੇ ਜਹਾਂਗੀਰ ਕੀ ਕਹਿੰਦਾ ਹੈ ਤੁਹਾਡਾ ਦੋਸ਼ੀ ਮੈਂ ਤੁਹਾਡੇ ਹਵਾਲੇ ਕਰਤਾ ਹੈ, ਪਰ ਮੇਰੇ ਤੇ ਇੰਨੀ ਕਿਰਪਾ ਕਰੋ ਕਿ ਪਰਲੋਕ ਵਿੱਚ ਜਾ ਕੇ ਮੈਨੂੰ ਸਜ਼ਾ ਨਾ ਮਿਲੇ ਤੇ ਮੈਨੂੰ ਉੱਥੋਂ ਬਚਾ ਲਓ, ਕਿਉਂਕਿ ਮੈਂ ਤੁਹਾਡੇ ਸਾਹਮਣੇ ਮੈਂ ਆਪਣਾ ਗੁਨਾਹ ਕਬੂਲ ਕਰਦਾ ਹੈ, ਕਿਉਂਕਿ ਮੈਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਸੀ। ਤੇ ਉਹ ਇਸ ਤਰ੍ਹਾਂ ਪਾਤਸ਼ਾਹ ਕੋਲੋਂ ਮਾਫੀ ਮੰਗਦਾ ਹੈ। ਪਰ ਪਾਤਸ਼ਾਹ ਤੇ ਕਹਿੰਦੇ ਨੇ ਕਿ ਤੁਹਾਡੀ ਆਗਿਆ ਲੈ ਕੇ ਚੰਦੂ ਨੇ ਸਭ ਕੁਝ ਕੀਤਾ, ਪਰ ਜੋ ਇਸ ਕੁਕਰਮ ਦੇ ਭਾਗੀਦਾਰ ਇਹ ਤੁਸੀਂ ਵੀ ਹੋ। ਤੇ ਉਹ ਫਿਰ ਪਾਤਸ਼ਾਹ ਕੋਲੋਂ ਬਹੁਤ ਮਾਫੀਆਂ ਮੰਗਦਾ, ਕਹਿੰਦਾ ਪਾਤਸ਼ਾਹ ਤੁਸੀਂ ਬੜੇ ਦਿਆਲੂ ਹੋ, ਤੁਸੀਂ, ਕਿਉਂਕਿ ਪਾਤਸ਼ਾਹ ਦੇ ਜਾਪ ਦੇ ਨਾਲ, ਸਿਮਰਨ ਦੇ ਨਾਲ ਉਹ ਠੀਕ ਹੋ ਗਿਆ ਹੁੰਦਾ, ਕਿਉਂਕਿ ਬੜਾ ਬਿਮਾਰ ਹੁੰਦਾ। ਤੇ ਇਸ ਲਈ ਉਹ ਪਾਤਸ਼ਾਹ ਕੋ ਬੜੀਆਂ ਮਾਫੀਆਂ ਮੰਗਦਾ, ਕਹਿੰਦੇ ਮੈਨੂੰ ਬਖਸ਼ ਲਓ, ਮੇਰੇ ਤੋਂ ਜੋ ਗੁਨਾਹ ਹੋਇਆ ਹੈ, ਮੇਰੇ ਜੋ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਇੱਥੇ ਹੀ ਦਿਓ, ਪਰਲੋਕ ਦੇ ਵਿੱਚ ਜਾ ਕੇ ਤੁਸੀਂ ਉੱਥੇ ਮੇਰਾ ਕੋਈ ਤੁਸੀਂ ਲੇਖਾ ਨਾ ਮੰਗਣਾ। ਤੇ ਪਾਤਸ਼ਾਹ ਦਿਆਲੂ ਹੁੰਦੇ ਨੇ, ਉਹ ਤੇ ਚਲੇ ਜਾਂਦੇ ਨੇ, ਪਰ ਚੰਦੂ ਨੂੰ ਵੀ ਡੇਰੇ ਸਭ ਲੈ ਜਾਂਦੇ ਨੇ। ਤੇ ਅੱਜ ਜੋ ਅਸੀਂ ਸ਼ਬਦ ਪੜਾਂਗੇ ਉਹ ਸ਼ਬਦ ਹੈ, ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰੋਆ। ਪਾਤਸ਼ਾਹ ਨੇ ਬਾਣੀ ਦੇ ਵਿੱਚ, ਪੰਚਮ ਪਾਤਸ਼ਾਹ ਨੇ ਜਦੋਂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਦੋਂ ਸਤਿਗੁਰੂ ਬਚਪਨ ਦੇ ਵਿੱਚ ਕਾਫੀ ਜਦੋਂ ਇਹਨਾਂ ਤੇ ਜਾਨਲੇਵਾ ਹਮਲੇ ਵੀ ਹੋਏ, ਪਰ ਪਰਿਵਾਰ ਦੇ ਥਰੂ, ਇਹਨਾਂ ਦੇ ਤਾਏ ਦੇ ਥਰੂ, ਤੇ ਇਹਨਾਂ ਨੇ ਜਦੋਂ ਹਮਲੇ ਹੋਏ, ਪਾਤਸ਼ਾਹ ਨੇ ਅਰਦਾਸ ਵੀ ਕੀਤੀ ਉਸ ਪ੍ਰਭੂ ਦੇ ਅੱਗੇ ਜਿਸ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਉਹਨਾਂ ਨੇ ਸਾਨੂੰ ਕਿਹਾ ਹੈ। ਉਹਨਾਂ ਨੇ ਕਿਹਾ ਹੈ, ਉਹਨਾਂ ਦਾ ਉਪਦੇਸ਼ ਹੈ ਕਿ ਜਦੋਂ ਵੀ ਦੁੱਖ ਆਏ ਤੁਸੀਂ ਉਸ ਪਿਤਾ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਨੀ ਹੈ, ਔਰ ਜਦੋਂ ਤੁਸੀਂ ਉਹ ਦੁੱਖ ਨਿਕਲ ਜਾਏ ਤੇ ਤੁਸੀਂ ਉਹਦੇ ਅੱਗੇ ਅਰਦਾਸ ਕਰਕੇ ਉਹਦਾ ਸ਼ੁਕਰਾਨਾ ਵੀ ਕਰਨਾ ਹੈ। ਤੇ ਜਦੋਂ ਛੇਵੇਂ ਪਾਤਸ਼ਾਹ ਨੂੰ ਚੇਚਕ ਨਿਕਲਦੀ ਹੈ, ਉਸ ਟਾਈਮ ਤੇ ਲੋਕੀ ਕਹਿੰਦੇ ਨੇ ਮਾਤਾ ਨਿਕਲੀ ਹੈ, ਪਰ ਉਦੋਂ ਵੀ ਪਾਤਸ਼ਾਹ ਨੇ ਕਿਹੜਾ ਸ਼ਬਦ ਉਚਾਰਿਆ ਸੀ? ਨੇਤਰ ਪ੍ਰਕਾਸ਼ ਕੀਆ ਗੁਰਦੇਵ। ਉਹਨਾਂ ਨੇ ਉਹ ਵਾਲਾ ਸ਼ਬਦ ਉਚਾਰਿਆ ਸੀ। ਤੇ ਉਹਨਾਂ ਨੇ ਇਹ ਕਿਹਾ, ਇਹ ਕੋਈ ਸ਼ੀਤਲ ਮਾਤਾ ਨਹੀਂ ਹੈ, ਇਹ ਕੋਈ ਮਾਤਾ ਨਹੀਂ ਹੈ ਕਿ ਜਿਹਦੀ ਤੁਸੀਂ ਪੂਜਾ ਕਰਨ ਦੇ ਨਾਲ ਇਹ ਠੀਕ ਹੋ ਜਾਏਗਾ। ਇਹ ਪਰਮਾਤਮਾ ਨੇ ਹੀ, ਉਹਨਾਂ ਨੇ ਪਰਮਾਤਮਾ ਦੇ ਹੀ ਕਿਰਪਾ ਸਦਕੇ ਇਹ ਸਭ ਕੁਝ ਠੀਕ ਹੋਇਆ ਹੈ। ਤੇ ਉਹਨਾਂ ਦੇ ਅੱਗੇ ਅਰਦਾਸ ਵੀ ਕੀਤੀ, ਉਹਨਾਂ ਦੇ ਪਰਮਾਤਮਾ ਦੇ ਅੱਗੇ ਬੇਨਤੀ ਵੀ ਕੀਤੀ, ਤੇ ਪਰਮਾਤਮਾ ਦੇ ਅੱਗੇ ਉਹਨਾਂ ਨੇ ਸ਼ੁਕਰਾਨਾ ਵੀ ਕੀਤਾ। ਜਦੋਂ ਪਾਤਸ਼ਾਹ ਨੂੰ ਬੁਖਾਰ ਚੜ ਗਿਆ ਸੀ, ਇਹ ਸ਼ਬਦ ਉਹਨਾਂ ਨੇ ਉਦੋਂ ਉਚਾਰਿਆ ਸੀ, ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰੋਇਆ। ਮੇਰਾ ਸਤਿਗੁਰ ਰਖਵਾਲਾ ਹੁਆ, ਕਿ ਮੇਰਾ ਪ੍ਰਭੂ ਪਰਮੇਸ਼ਵਰ ਹੀ ਮੇਰਾ ਰਖਵਾਲਾ ਹੈ, ਉਹਨੇ ਹੀ ਰੱਖਿਆ ਕੀਤੀ ਹੈ, ਉਹਨੇ ਹੀ ਆਪਣੀ ਕਿਰਪਾ ਦੇ ਸਦਕੇ ਉਹਨੇ ਆਪਣੀ ਕਿਰਪਾ ਦਿਖਾਈ ਹੈ, ਔਰ ਉਹਨੇ ਹੱਥ ਰੱਖਿਆ ਹੈ, ਔਰ ਉਹਨੇ ਹਰਗੋਬਿੰਦ ਨੂੰ ਉਹਨੇ ਨਵਾਂ ਨਿਰੋਆ ਕਰਤਾ ਹੈ, ਉਹਨੂੰ ਠੀਕ ਕਰਤਾ ਹੈ। ਉਹਨਾਂ ਨੂੰ, ਪਾਤਸ਼ਾਹ ਨੂੰ, ਉਹਨਾਂ ਨੇ ਸਤਿਗੁਰਾਂ ਨੇ, ਉਹਨਾਂ ਨੇ, ਪ੍ਰਭੂ ਨੇ ਆਪਣੀ ਕਿਰਪਾ ਦੇ ਨਾਲ ਉਹਨਾਂ ਨੂੰ, ਪਾਤਸ਼ਾਹ ਨੂੰ ਠੀਕ ਕਰ ਦਿੱਤਾ ਹੈ। ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ। ਕਹਿੰਦੇ ਉਹਨਾਂ ਨੇ ਸੇਵਕ ਦੀ ਲਾਜ ਰੱਖੀ ਹੈ, ਕਿ ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ, ਉਹਨਾਂ ਨੇ ਹਰਗੋਬਿੰਦ ਨੂੰ ਉਹਨਾਂ ਨੇ ਠੀਕ ਕਰਤਾ ਹੈ, ਉਹਦਾ ਬੁਖਾਰ ਠੀਕ ਕਰ ਦਿੱਤਾ ਹੈ। ਪ੍ਰਭੂ ਨੇ
आप उन्हां ते किरपा कीती है। साध संगत ते सब फल पाए, सतगुर कै बल जाई। कहते ने मैं उस सतगुरु दे बलहारी जाना है जिन्हां दी साध संगत दे सदके। साध संगत दा संगत जी साडे गुरुआं ने बहुत वड्डा महत्व दस्सिया है कि साध संगत, साधां दी संगत करन दे नाल, सत संगत करन दे नाल जिहड़ा सानू फल प्राप्त हुंदा है, ओहदे सदके सानू बड़े बड़े ही सानू सानू अगे साडा जो संगत हुंदी है साडे मार्गदर्शन करदी है, सानू सारे फल संगत दे सदके सानू मिलदे ने। ते हलत पलत प्रभ दोवे सवारे, हमरा गुण अवगुण ना विचारिया। और जेड़ा जेड़ा मनुख जेड़ा प्रभु नूं ध्यानदा है ते फिर प्रभु ते इन्ने दयालु ने, वाहिगुरु ते इन्ने दयालु ने, वो ते साडे गुण अवगुण तो कोई विचारदे ही नहीं है। और वो विचारदे किस लिए नहीं है, क्योंकि अगर असी उन्हां नूं अपने प्रेम दे नाल उन्हां दा नाम लईए ते जिस तरह साडे बच्चे गलतियां कर दिंदे ने ते असी उन्हां नूं माफ़ कर दिंदे आ, ते ओह ते साडे पिता परमेश्वर ने, वो ते साडे सारियां दे पिता ने। ते ओह जदों असी गलतियां कर दिंदे आ पर असी उन्हां को माफ़ी मंग लैंदे आ, और असी अगर उन्हां दे कई रस्ते ते चलदे आ ते ओह भी फिर साडे गुण साडे अवगुण नहीं विचारदे। ते ओह फिर की करदे ने, साडे इत्थे ते सानू सुख दिंदे ने, हलत पलत ओह इत्थे भी सानू सुख दिंदे ने, ओह सानू उत्थे भी सानू दरगाह दे विच ओह सानू जगह दिंदे ने। अटल बचन नानक गुर तेरा, सफल कर मस्तक धारिया। और जेड़े जेड़े प्रभु दे बचनां नू अपने हिरदे दे विच धार लैंदे ने, ते फिर उन्हां दा बाबा जी की कहते हैं कि ये तो वाहिगुरु का अटल बचन है कि जो वाहिगुरु नूं ध्यानदा है ते ओनू फिर सतगुरु अपने चरणों के नाल जोड़ लैंदे ने। ओदा फिर ओदे सिर ते हत्थ रख के ओदी रखिया भी करदे ने, ते ओदा लोक परलोक ओदा सब सवारदे भी। ते संगत जी इन्ना जी तुसीं सेवा प्रवान करनी, भुलां चुकां दी खिमा कर देनी। आओ हुण असीं शबद पढ़दे। हर गोविंद नवा निरोआ, हर गोविंद नवा निरोआ। हर गोविंद नवा निरोआ। तार किरपा प्रभ हाथ दे राखिया, तार किरपा प्रभ हाथ दे राखिया।
गोविंद नवा निरोआ। ताप गया प्रभ आप मिटाया, ताप गया प्रभ आप मिटाया, जन की लाज रखाई, जन की लाज रखाई, साध संगत ते सब फल पाए, साध संगत ते सब फल पाए, सत्य गुर के बल जाई, सत्य गुर के बल जाई, तार कृपा प्रभ हाथ दे राखिया, तार कृपा प्रभ हाथ दे राखिया, हरि गोविंद नवा निरोआ, हरि गोविंद नवा निरोआ। हालत पालत प्रभ दोवे सवारे, हालत पालत प्रभ दोवे सवारे, हमरा गुण अवगण न विचारिया, हमरा गुण अवगुण न विचारिया, अटल बचन नानक गुर तेरा, अटल बचन नानक गुर तेरा, सफल करे मस्तक तारिया, सफल करे मस्तक तारिया, तार कृपा प्रभ हाथ दे राखिया, तार कृपा प्रभ हाथ दे राखिया, हरि गोविंद नवा निरोआ, हरि गोविंद नवा निरोआ, मेरा सतगुर रखवाला होआ, मेरा सत